Good morning, students, to all of you. बेटा 11th क्लास बायोलॉजी ਅੱਜ ਅਸੀਂ ਯੂਨਿਟ ਹਿਊਮਨ ਫਿਜ਼ੀਓਲੋਜੀ ਦਾ ਬੋਡੀ ਫਲੂਇਡ ਐਂਡ ਸਰਕੂਲੇਸ਼ਨ ਚੈਪਟਰ ਪੜਾਂਗੇ। ਬਹੁਤ ਈਜ਼ੀ ਚੈਪਟਰ ਆ, ਬਹੁਤ ਸ਼ਾਰਟ ਚੈਪਟਰ ਆ। ਠੀਕ ਹੈ, ਪਹਿਲਾਂ ਵੀ ਇਹਦੇ ਵਿੱਚ ਕੁਝ ਪਾਰਟਸ ਆਪਾਂ ਡਿਸਕਸ ਕੀਤੇ ਹੋਏ ਆ। ਔਰ ਅੱਜ ਅਸੀਂ ਦੇਖਾਂਗੇ ਟਾਈਪਸ ਆਫ ਸਰਕੂਲੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਆ। ਜੇ ਸਰਕੂਲੇਸ਼ਨ ਦੀਆਂ ਟਾਈਪਸ ਆ ਬੇਟਾ ਉਹ ਦੋ ਤਰ੍ਹਾਂ ਦੀਆਂ ਆ, ਇੱਕ ਇੰਟਰਾਸੈਲੂਲਰ ਐਂਡ ਦਾ ਐਕਸਟਰਾ ਸੈਲੂਲਰ ਸਰਕੂਲੇਸ਼ਨ। ਪਹਿਲਾਂ ਵਿੱਚ ਬੇਸਿਕ ਚੀਜ਼ਾਂ ਪੜ੍ਹ ਲਈਆਂ ਸਾਰੀਆਂ। ਇੰਟਰਾਸੈਲੂਲਰ ਸਰਕੂਲੇਸ਼ਨ ਕੀ ਹੁੰਦੀ, ਇਹ ਲੋਅਰ ਯੂਨੀਸੈਲੂਲਰ ਆਰਗੈਨਿਜ਼ਮਸ 'ਚ ਪ੍ਰੈਜੈਂਟ ਹੁੰਦੀ ਆ। ਠੀਕ ਹੈ, ਲਾਈਕ ਅਮੀਬਾ, ਪੈਰਾਮੀਸ਼ੀਅਮ। ਇਹਦੇ ਵਿੱਚ ਜਿਹੜਾ ਸਰਕੂਲੇਸ਼ਨ ਹੁੰਦੀ ਹੈ ਇਹਨਾਂ ਦੀ ਬਾਡੀ ਦੇ ਵਿੱਚ, ਅਮੀਬਾ ਪੈਰਾਮੀਸ਼ੀਅਮਸ, ਸਿਰਫ ਅਤੇ ਸਿਰਫ ਸਾਈਟੋਪਲਾਜ਼ਮ ਹੀ ਸਰਕੂਲੇਟ ਕਰਦਾ ਹੈ ਇਹਦੇ ਵਿੱਚ। ਠੀਕ ਹੈ, ਦੈਨ ਉਸ ਤੋਂ ਬਾਅਦ ਐਕਸਟਰਾ ਸੈਲੂਲਰ ਸਰਕੂਲੇਸ਼ਨ ਕਿਹੜੀ ਹੁੰਦੀ ਆ, ਇਹਦੇ ਬਿਟਵੀਨ ਦਾ ਸੈਲਸ ਜਿਹੜੀ ਸਰਕੂਲੇਸ਼ਨ ਹੁੰਦੀ ਉਹਨੂੰ ਐਕਸਟਰਾ ਸੈਲੂਲਰ ਸਰਕੂਲੇਸ਼ਨ ਬੋਲਦੇ ਆ। ਇਹ ਹਾਇਰ ਆਰਗੈਨਿਜ਼ਮਸ ਵਿੱਚ ਹੁੰਦੀ ਹੈ, ਹਿਊਮਨਸ ਦੇ ਵਿੱਚ ਐਗਜ਼ਾਮਪਲ। ਓਕੇ ਬੇਟਾ, ਦੈਨ ਟਾਈਪਸ ਆਫ ਫਲੂਇਡ ਕਿਸ ਤਰ੍ਹਾਂ ਦੇ ਹੁੰਦੇ ਆ। ਟਾਈਪਸ ਆਫ ਫਲੂਇਡ ਜਿਹੜੇ ਹੁੰਦੇ ਆ, ਐਨਵਾਇਰਮੈਂਟਲ ਫਲੂਇਡ ਸਰਕੂਲੇਸ਼ਨ ਐਂਡ ਦਾ ਇੰਟਰਨਲ ਫਲੂਇਡ ਸਰਕੂਲੇਸ਼ਨ। ਐਨਵਾਇਰਮੈਂਟਲ ਫਲੂਇਡ ਸਰਕੂਲੇਸ਼ਨ ਜਿਹਦੇ ਵਿੱਚ ਵਾਟਰ ਆ ਜਾਂਦਾ। ਹੁਣ ਕੁਝ ਜਿਹੜੇ ਆਰਗੈਨਿਜ਼ਮਸ ਹੁੰਦੇ ਆ ਜਿੱਦਾਂ ਸਪੌਂਜਿਸ ਹੋ ਗਏ, ਹਾਈਡਰਾ ਹੋ ਗਿਆ। ਠੀਕ ਹੈ, ਇਹ ਚੀਜ਼ਾਂ ਬੇਟਾ ਹੁਣ ਤੁਹਾਨੂੰ ਸੁਣੀਆਂ ਲੱਗਣੀਆਂ ਕਿਉਂਕਿ ਅਸੀਂ ਇਹ ਬਹੁਤ ਸਾਰਾ ਅਸੀਂ ਸਿਲੇਬਸ ਕੰਪਲੀਟ ਕਰ ਚੁੱਕੇ ਹਾਂ ਔਰ ਤੁਸੀਂ ਪੜ੍ਹਿਆ ਵੀ ਆ ਸਪੌਂਜਿਸ, ਹਾਈਡਰਾ, ਫਾਈਲਮਸ ਦੇ ਵਿੱਚ। ਠੀਕ ਹੈ, ਅੰਡਰਸਟੂਡ। ਉਹਦੇ ਵਿੱਚ ਬਾਕੀ ਸਰਕੂਲੇਟ ਕਰਦਾ, ਵਾਟਰ ਸਰਕੂਲੇਟ ਕਰਦਾ ਹੈ। ਓਕੇ ਬੇਟਾ, ਦੈਨ ਉਸ ਤੋਂ ਬਾਅਦ ਇੰਟਰਨਲ ਫਲੂਇਡ ਸਰਕੂਲੇਸ਼ਨ ਦੇ ਵਿੱਚ ਜਿਹੜਾ ਆ ਬਲੱਡ ਸਰਕੂਲਰ ਵਾਸਕੂਲਰ ਸਿਸਟਮ ਹੁੰਦਾ ਆ। ਠੀਕ ਹੈ, ਉਹ ਅਸੀਂ ਪੜ੍ਹਾਂਗੇ ਹੁਣ ਨੈਕਸਟ। ਬਲੱਡ ਸਰਕੂਲਰ ਸਿਸਟਮ ਜਿਹੜਾ ਆ ਦੋ ਟਾਈਪ ਦਾ ਹੁੰਦਾ ਹੈ, ਇੱਕ ਓਪਨ ਵਾਸਕੂਲਰ ਸਿਸਟਮ ਐਂਡ ਦਾ ਕਲੋਜ਼ਡ ਵਾਸਕੂਲਰ ਸਿਸਟਮ। ਓਪਨ ਜਿਹਦੇ ਵਿੱਚ ਬਲੱਡ ਜਿਹੜਾ ਆ ਕਮ ਆਊਟ ਆਫ ਦਾ ਬਲੱਡ ਵੈਸਲ, ਔਰਗਨਸ ਐਂਡ ਟਿਸ਼ੂਜ਼ ਆਰ ਡਿਪਡ ਇਨ ਦਾ ਫਲੂਇਡ। ਠੀਕ ਹੈ, ਸਪੋਜ਼ ਕਰ ਲਓ ਆ ਬਾਡੀ ਆ, ਇਹਦੇ ਵਿੱਚ ਜਿਹੜੇ ਆਰਗਨਸ ਹੋਣੇ, ਇਹਦਾ ਓਪਨ ਸਰਕੂਲੇਟਰੀ ਸਿਸਟਮ ਪੜ੍ਹਿਆ ਸੀਗਾ ਨਾ ਤੁਸੀਂ ਕਲਾਸਿਸ ਦੇ ਵਿੱਚ, ਫਾਈਲਾਂ ਦੇ ਵਿੱਚ। ਓਪਨ ਸਰਕੂਲੇਟਰੀ ਸਿਸਟਮ, ਕਲੋਜ਼ ਸਰਕੂਲੇਟਰੀ। ਹੁਣ ਜਿਹਨਾਂ ਦਾ ਓਪਨ ਹੁੰਦਾ ਉਹਦੇ ਵਿੱਚ ਜਿਹੜੇ ਆਰਗਨ ਆ ਡਿਪ ਹੋਏ ਆ ਦੇਖੋ, ਆਹ ਆਰਗਨ ਜਿਹੜੇ ਇਹਦੇ ਵਿੱਚ ਡਿਪ ਹੋਏ ਆ ਇਹ ਬਲੱਡ ਦੇ ਵਿੱਚ। ਠੀਕ ਹੈ, ਇੱਦਾਂ ਅੰਡਰਸਟੂਡ। ਉਹਨੂੰ ਓਪਨ ਸਰਕੂਲੇਟਰੀ ਸਿਸਟਮ ਬੋਲਦੇ ਆ। ਔਰ ਕਲੋਜ਼ਡ ਉਹ ਹੁੰਦਾ ਬੇਟਾ, ਬਲੱਡ ਨੈਵਰ ਕਮਸ ਆਊਟ ਆਫ ਦਾ ਬਲੱਡ ਵੈਸਲ, ਐਕਸਚੇਂਜ ਟੇਕ ਪਲੇਸ ਬਿਟਵੀਨ ਦਾ ਕੈਪਿਲਰੀਜ਼ ਐਂਡ ਟਿਸ਼ੂਜ਼। ਹੁਣ ਇੱਕ ਆਰਗਨ ਤੋਂ ਦੂਜੇ ਆਰਗਨ ਜਿਹੜਾ ਬਲੱਡ ਲੈ ਕੇ ਜਾਂਦਾ, ਕੌਣ ਲੈ ਕੇ ਜਾਂਦਾ, ਉਹ ਅੱਗੇ ਕੈਪਿਲਰੀਜ਼ ਬਣੀਆਂ ਹੁੰਦੀਆਂ, ਬ੍ਰਾਂਚਿਸ ਟਾਈਪ। ਠੀਕ ਹੈ, ਉਹ ਸਰਕੂਲੇਟ ਕਰਦਾ। ਹਿਊਮਨ ਸਰਕੂਲੇਟਰੀ ਸਿਸਟਮ ਆਪਾਂ ਸਟਾਰਟ ਕਰਾਂਗੇ। ਬਲੱਡ ਵੈਸਲਸ ਆ ਜਾਂਦੀਆਂ, ਤਿੰਨ ਟਾਈਪ ਦੀਆਂ ਬਲੱਡ ਵੈਸਲਸ ਹੁੰਦੀਆਂ, ਆਰਟਰੀਜ਼, ਵੇਨਸ ਐਂਡ ਕੈਪਿਲਰੀਜ਼। ਠੀਕ ਹੈ, ਆਰਟਰੀਜ਼ ਐਂਡ ਵੇਨਸ ਦੇ ਵਿੱਚ 3 ਵਾਲਸ ਹੁੰਦੀਆਂ ਬੇਟਾ। ਆਰਟਰੀ ਅਤੇ ਵੇਨਸ ਦੇ ਵਿੱਚ ਆਪਾਂ ਨੇ ਦੇਖੋ ਆਰਟਰੀ ਅਤੇ ਵੇਨ। ਹੁਣ ਜਿਹੜੀ ਆਊਟਰ ਜਿਹੜੀ ਹੁੰਦੀ ਉਹਨੂੰ ਟਿਊਨਿਕਾ ਐਕਸਟਰਨਾ ਬੋਲਦੇ ਆ। ਲੈਟਸ ਸੀ, ਦੇਖੋ ਆ ਜਿਹੜੀ ਆਊਟਰ ਆ ਸਾਰੀ ਆ, ਇਹ ਆਊਟਰ ਲੇਅਰ ਆ ਜਿਹਨੂੰ ਟਿਊਨਿਕਾ ਐਕਸਟਰਨਾ ਬੋਲਦੇ ਹਾਂ ਅਸੀਂ। ਠੀਕ ਹੈ, ਇੰਟਰਨਲ ਜਿਹੜੀ ਆ ਉਸ ਤੋਂ ਅੰਦਰ ਮਿਡਲ ਜਿਹੜੀ ਹੁੰਦੀ ਆ ਉਹਨੂੰ ਟਿਊਨਿਕਾ ਮੀਡੀਆ ਬੋਲਦੇ ਆ, ਆਹ ਵਾਲੀ ਲੇਅਰ। ਓਕੇ, ਇਹਨੂੰ ਟਿਊਨਿਕਾ ਮੀਡੀਆ ਬੋਲਦੇ ਆ। ਇਹ ਮਸਕੂਲਰ ਲੇਅਰ ਹੁੰਦੀ ਆ। ਠੀਕ ਹੈ, ਫਿਰ ਉਸ ਤੋਂ ਬਾਅਦ ਜਿਹੜੀ ਇੰਟਰਨਲ ਬਿਲਕੁਲ ਅੰਦਰਲੀ ਲੇਅਰ ਹੁੰਦੀ ਹੈ ਬੇਟਾ, ਆਹ ਵਾਲੀ, ਇਹਨੂੰ ਟਿਊਨਿਕਾ ਇੰਟਰਨਾ ਬੋਲਦੇ ਆ। ਇਹ ਡਿਵਾਈਡ ਕਰਦੀ ਹੈ ਦੋ ਭਾਗਾਂ ਵਿੱਚ, ਆਊਟਰ ਐਂਡ ਇਨਰ। ਇਹ ਵੀ ਅੱਗੇ ਦੋ ਭਾਗਾਂ ਡਿਵਾਈਡ ਕਰ ਜਾਂਦੀ ਆ, ਆਊਟਰ ਐਂਡ ਇਨਰ। ਜਿਹੜੀ ਆਊਟਰ ਹੁੰਦੀ ਇਲਾਸਟਿਕ ਹੁੰਦੀ, ਇਨਰ ਜਿਹਨੂੰ ਐਂਡੋਥੀਲੀਅਮ ਬੋਲਦੇ ਆ। ਓਕੇ, ਹੁਣ ਦੇਖੋ ਦੁਬਾਰਾ ਦੱਸਦਾ ਮੈਂ ਬੇਟਾ, ਆਰਟਰੀਜ਼ ਅਤੇ ਵੇਨਸ ਦੇ ਵਿੱਚ 3 ਲੇਅਰਸ ਹੁੰਦੀਆਂ। ਜਿਹੜੀ ਆਊਟਰ ਲੇਅਰ ਹੁੰਦੀ ਹੈ ਬੇਟਾ ਉਹਨੂੰ ਟਿਊਨਿਕਾ ਐਕਸਟਰਨਾ ਬੋਲਦੇ ਹਾਂ ਅਸੀਂ। ਉਹ ਕਾਹਦੀ ਬਣੀ ਹੁੰਦੀ ਹੈ, ਫਾਈਬਰਸ ਟਿਸ਼ੂਜ਼ ਦੀ ਬਣੀ ਹੁੰਦੀ ਹੈ, ਸਟਰੈਂਥ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਸਪਲਾਈਡ ਕਿਹਦੇ ਨਾਲ ਹੁੰਦੀ ਹੈ, ਵਿਦ ਨਰਵਸ ਐਂਡ ਵਾਸਾ ਵੈਸੋਰਮ। ਠੀਕ ਹੈ, ਜਿਹੜੀ ਕਿ ਬਲੱਡ ਸਪਲਾਈ ਕਰਦੀ ਹੈ ਕਿ ਇਹਨਾਂ ਨੂੰ, ਬਲੱਡ ਵੈਸਲਸ ਨੂੰ। ਉਸ ਤੋਂ ਬਾਅਦ
ਮਿਡਲ ਜਿਹੜੀ ਹੁੰਦੀ ਹੈ ਟਿਊਨਿਕਾ ਮੀਡੀਆ ਹੁੰਦੀ ਹੈ, ਮਸਕੂਲਰ ਲੇਅਰ ਹੁੰਦੀ ਹੈ, ਠੀਕ ਹੈ। ਔਰ ਇਨਰ ਦੇ ਵਿੱਚ ਟਿਊਨਿਕਾ ਇੰਟਰਨਾ ਹੁੰਦੀ ਹੈ, ਜੀ ਡਿਵਾਈਡ ਕਰਦੀ ਦੋ ਭਾਗਾਂ 'ਚ, ਆਊਟਰ ਐਂਡ ਦਾ ਇਨਰ, ਠੀਕ ਹੈ। ਆਊਟਰ ਜਿਹੜੀ ਇਲਾਸਟਿਕ ਹੁੰਦੀ ਆ, ਔਰ ਇਨਰ ਜਿਹੜੀ ਆ ਐਂਡੋਥੀਲੀਅਮ ਹੁੰਦੀ ਔਰ ਓਕੇ ਬੇਟਾ। ਦੈਨ ਐਸ ਨੈਕਸਟ ਆ ਜਾਂਦਾ, ਇੱਕ ਗੱਲ ਹੋਰ ਦੱਸਣਾ ਚਾਹੀਦਾ ਕਾਮਨ ਜਿਹੜੀ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਨਾ ਬੇਟਾ ਕਿਸੇ ਵੀ ਹਿਊਮਨ ਬੀਇੰਗ ਦੀ, ਅਤੇ ਜਿਹੜੀ ਆ ਆਰਟਰੀ ਹੁੰਦੀ ਆ, ਇਟ ਗੈਟਸ ਐਮਟੀ ਆਫਟਰ ਦਾ ਡੈਥ ਆਫ ਹਿਊਮਨ ਐਂਡ ਐਨੀਮਲ, ਓਕੇ। ਜਦੋਂ ਐਨੀਮਲ ਅਤੇ ਹਿਊਮਨ ਡੈਥ ਹੋ ਜਾਂਦੀ, ਆਰਟਰੀ ਜਿਹੜੀ ਵੇਨਸ ਹੁੰਦਾ ਉਹ ਬਿਲਕੁਲ ਖਾਲੀ ਹੋ ਜਾਂਦੀ ਹੈ, ਉਹਦੇ ਵਿੱਚ ਬਲੱਡ ਰਹਿੰਦਾ ਹੀ ਨਹੀਂ। ਬਟ ਜਿਹੜਾ ਜਦੋਂ ਡੈਥ ਹੁੰਦੀ ਆ ਵੇਨਸ ਦੇ ਵਿੱਚ, ਠੀਕ ਹੈ, ਡੈਥ ਹੋਣ ਤੋਂ ਬਾਅਦ ਵੀ ਜਿਹੜਾ ਆ ਉਹ ਬਲੱਡ ਪ੍ਰੈਜੈਂਟ ਹੁੰਦਾ ਹੈ, ਓਕੇ ਬੇਟਾ। ਸਟੱਡੀ ਆਫ ਬਲੱਡ ਇਜ਼ ਕਾਲਡ ਦਾ ਹੈਮਾਟੋਲੋਜੀ, ਠੀਕ ਹੈ, ਓਕੇ ਬੇਟਾ। ਨੈਕਸਟ ਆ ਜਾਂਦਾ ਅੱਗੇ ਬੇਟਾ ਸਟਰਕਚਰ ਸੀਗਾ, ਦੇਖੋ ਆਰਟਰੀ ਅਤੇ ਆ ਵੇਨ, ਆਰਟਰੀ ਅਤੇ ਆ ਵੇਨ, ਠੀਕ ਹੈ। ਹੁਣ ਇਹ ਦੋਨਾਂ ਨੇ ਅੱਗੇ ਆ ਕੇ ਕੀ ਕੀਤਾ ਹੋਇਆ, ਕਪਿਲਰੀਜ਼ ਬਣਾਈਆਂ ਹੋਈਆਂ, ਡਿਵੀਜ਼ਨ ਹੋਈ ਹੈ ਇਹਨਾਂ ਦੀ, ਔਰ ਉਹ ਜਿਹੜੀਆਂ ਬ੍ਰਾਂਚਿਸ ਬਣਦੀਆਂ ਅੱਗੇ ਆ ਕੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਕੈਪੀਲਰੀਜ਼ ਬੋਲਦੇ ਹਾਂ, ਓਕੇ। ਸੋ ਆਹ ਸਟਰਕਚਰ ਤੁਸੀਂ ਇੱਥੋਂ ਵੀ ਕਰ ਸਕਦੇ ਹਾਂ, ਆਹ ਵਾਲਾ, ਠੀਕ ਹੈ, ਓਕੇ ਬੇਟਾ। ਆਰਟਰੀ ਦਾ ਜਿਹੜਾ ਲਿਊਮਨ ਹੁੰਦਾ ਨਾ, ਜਿਹੜੀ ਆ ਵਿੱਚ ਦੀ ਗੈਪ ਹੁੰਦਾ, ਇਹ ਨੈਰੋ ਹੁੰਦਾ, ਔਰ ਇਹਦੇ ਵਿੱਚ ਆ ਲਿਊਮਨ ਜਿਹੜਾ ਵਾਈਡਰ ਹੁੰਦਾ, ਇਹ ਗੱਲ ਯਾਦ ਰੱਖਣੀ ਤੁਸੀਂ, ਡਿਫਰੈਂਸ ਇੱਦਾਂ ਹੀ ਕਵਰ ਕਰਨਾ ਇਹਦਾ। ਨੈਕਸਟ ਅਸੀਂ ਮੇਨ ਜਿਹੜਾ ਟੋਪਿਕ ਆ ਇਸ ਚੈਪਟਰ ਦਾ, ਠੀਕ ਹੈ, ਇਹਦੇ ਵਿੱਚ ਸਭ ਤੋਂ ਮੇਨ ਟੋਪਿਕ ਇਹੀ ਆ ਹਾਰਟ ਦਾ ਸਟਰਕਚਰ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਸਰਕੂਲੇਸ਼ਨ ਆ, ਹਾਰਟ ਇੱਕ ਪੰਪਿੰਗ ਔਰਗਨ ਆ ਸਾਡੀ। ਹਾਰਟ ਇਜ਼ a conical muscular double pump structure that brings about circulation of blood in the body, ठीक है। broader base is upward while narrow pointed apex is downward and title toward left। ਹਾਰਟ ਜਿਹੜਾ ਇੱਕ ਰੈਡਿਸ਼ ਕਲਰ ਦਾ ਹੁੰਦਾ ਹੈ, ਰੈਡਿਸ਼ ਇਨ ਕਲਰ ਹੁੰਦਾ ਹੈ, with the size of our fist, 12 centimeter length and 9 centimeter breadth and weight about 300 gram, ठीक है। The heart lies in the thoracic cavity in between the two lungs. It rests obliquely over the diaphragm. Feeling of the presence of heart on the left side is due to the forceful beating of the apical। ਸੋ ਇੱਕ ਹਾਰਟ ਇੱਕ ਸਾਡੀ ਮੁੱਠੀ ਬੰਦ ਮੁੱਠੀ ਜਿਹੜੀ ਹੁੰਦੀ ਆ, ਉਸ ਸ਼ੇਪ ਦਾ ਸਟਰਕਚਰ ਹੁੰਦਾ ਹੈ, ਜਿਹੜਾ ਕਿ ਇਹਦਾ ਮੇਨ ਜਿਹੜਾ ਆ, ਇਹਦੇ ਵਿੱਚ 4 ਚੈਂਬਰਸ ਹੁੰਦੇ ਆ, ਆਹ ਦੇਖੋ, ਹਾਰਟ ਜਿਹੜਾ ਬੇਟਾ ਇਹਨੂੰ ਅਸੀਂ ਥੱਲਿਓਂ ਇਹ ਤਿੱਖਾ ਹੁੰਦਾ, ਠੀਕ ਹੈ, ਔਰ ਰੈਡਿਸ਼ ਇਨ ਕਲਰ ਹੁੰਦਾ ਹੈ। ਇਹ ਸਾਈਜ਼ ਸਾਡੀ ਮੁੱਠੀ 12 ਸੈਂਟੀਮੀਟਰ ਲੈਂਥ, 9 ਸੈਂਟੀਮੀਟਰ ਬ੍ਰੈਥ ਹੁੰਦੀ ਆ। ਵੇਟ ਇਹਦਾ 300 ਗ੍ਰਾਮ ਹੁੰਦਾ, 250 ਗ੍ਰਾਮ ਜਿਹੜਾ ਵੂਮਨਸ ਦੇ ਵਿੱਚ ਹੁੰਦਾ, ਠੀਕ ਹੈ। 2 ਲੰਗਸ ਦੇ ਵਿਚਕਾਰ ਇਹ ਪ੍ਰੈਜੈਂਟ ਹੁੰਦਾ ਹੈ। ਇਟਸ ਲੈਗਸ ਰੈਸਟ ਓਬਲੀਕਲੀ ਓਵਰ ਦਾ ਡਾਇਫਰਾਮ। ਫੀਲਿੰਗ ਔਨ ਦਾ ਪ੍ਰੈਜੈਂਸ ਔਨ ਦਾ ਲੈਫਟ ਸਾਈਡ ਇਜ਼ ਡਿਊ ਟੂ ਫੋਰਸਫੁਲ ਬੀਟਿੰਗ। ਸਾਡੇ ਲੈਫਟ ਸਾਈਡ 'ਤੇ ਪ੍ਰੈਜੈਂਟ ਹੁੰਦਾ ਹੈ, ਤੁਹਾਨੂੰ ਪਤਾ ਹੀ ਆ, ਠੀਕ ਹੈ। ਔਰ ਇਹਦਾ ਜਿਹੜਾ ਹਾਰਟ ਦੀ ਇੱਕ ਮੈਂਬਰੇਨ, ਉਹਨੂੰ ਹਾਰਟ ਇਜ਼ ਕਵਰਡ ਬਾਈ ਨੈਰੋ ਫਲੂਇਡ ਫਿਲਡ ਮੈਂਬਰੇਨ, ਉਸ ਨੂੰ ਅਸੀਂ ਬੇਟਾ ਕੀ ਬੋਲਦੇ ਹਾਂ, ਪੈਰੀਕਾਰਡੀਅਮ। ਦੈਟ ਇਜ਼ ਦਾ ਮੋਸਟ ਇੰਪੋਰਟੈਂਟ, ਪੈਰੀਕਾਰਡੀਅਮ। ਸੋ ਹਾਰਟ ਦੀ ਜਿਹੜੀ ਆ ਬਾਹਰਲੀ ਲੇਅਰ ਆ, ਆਹ ਵਾਲੀ ਤੁਸੀਂ ਬੋਲ ਸਕਦੇ ਹੋ, ਅਸੀਂ ਇਹਨੂੰ ਲੈ ਲਈਏ, ਇਸ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ, ਪੈਰੀਕਾਰਡੀਅਮ, ਓਕੇ ਬੇਟਾ। ਸੋ ਇਹਦੇ ਵਿੱਚ ਬੇਟਾ ਡਿਵੀਜ਼ਨ ਹੋਈ ਆ, ਜਿਹਨੂੰ ਅਸੀਂ ਇੰਟਰਾਵੈਂਟੀਕੂਲਰ ਸੈਪਟਮ ਬੋਲਦੇ ਹਾਂ, ਔਰ 3 ਭਾਗਾਂ 4 ਇਹਦੇ ਚੈਂਬਰਸ ਹੁੰਦੀ ਆ। ਓਟਾ ਹੋ ਗਿਆ, ਇੱਥੋਂ ਖੂਨ, ਠੀਕ ਹੈ। ਸੋ ਹਾਂਜੀ,
ओके बेटा, सो असीं इहदे बारे पढ़ांगे हुण। आ देखो ये हार्ट का स्ट्रक्चर है बेटा, क्लीयरली तुहानूं एक्सप्लेन कर देना सारा, शायद पहलां भी मैं दस्सिया होया सारा। हार्ट चैंबर दे 4 चैंबर आ, राइट ऑरिकल, ठीक है, राइट वेंट्रिकल, ओके, और राइट की आ गया लेफ्ट ऑरिकल, लेफ्ट वेंट्रिकल, ओके बेटा, ऑरिकल राइट ऑरिकल, राइट वेंट्रिकल, लेफ्ट ऑरिकल, लेफ्ट वेंट्रिकल, ओके बेटा, ठीक है जी। हुण सब तो पहला तुसीं ये गल याद रखनी, साडी बॉडी दे 2 पार्ट्स आ, अपर पार्ट एंड द लोअर पार्ट बॉडी। हुण जदों जिहड़ा गंदा खून आ, ठीक है, अपर पार्ट बॉडी च आऊगा, गंदा खून जिहड़ा आ, ठीक है, अपर पार्ट बॉडी के हिस्से दे विच आ, वो कित्थों एंटर करूगा बेटा, वो आ देखो अपर पार्ट बॉडी, लैग्स तो उपर, ठीक है, साढ़े लक तो उपरला पार्ट जिस गंदा खून आ, वो साढ़े इत्थों दी वेना कावा फ्रॉम द अपर बॉडी आ लिखिया होया, तो वेना कावा फ्रॉम द लोअर बॉडी, ठीक है, वो इत्थों जिहड़ा साढ़े लैग्स वगैरह दे विच गंदा खून आ, लोअर पार्ट बॉडी आ, वो इत्थों एंटर करूगा, ओके। हुण ये कित्थे आऊगा, सब तो पहला राइट ऑरिकल दे विच आउणा, ठीक है। हुण बेटा राइट ऑरिकल ते राइट वेंट्रिकल दे विच, ठीक है, एक वॉल्व प्रैजेंट आ, जिहनूं तुसीं की बोलदे हो ट्राईकस्पिड वॉल्व। इत्थे एक दरवाजे का काम करता है, इसका फंक्शन होता है, जदों इन्हें चंगी तरह इत्थे ब्लड ने फिल हो जाना, सारे इत्थे प्रैशर बन जाना, तो ये जो वॉल्व ओपन हो जाना, तो ब्लड कित्थे चल जाना, राइट वेंट्रिकल दे विच मूव कर जाना, ओके, अंडरस्टूड है, ओके बेटा। और राइट वेंट्रिकल तो बेटा खून जिहड़ा आ आर्टरी राहीं, पलमनरी आर्टरी राहीं, पलमनरी आर्टरी राहीं कित्थे चल जाना, लंग्स कोल चल जाना खून साफ होने नूं, ठीक है। और वो जिहड़ी पलमनरी आर्टरी आ, उन्हें फिर उस तो बाद वेन राहीं वापस आऊगा ब्लड, ऑक्सीजनेटेड जिन्होंने असीं ब्लड बोलते हैं, वो कित्थे आ जाऊगा, साढ़े लैफ्ट ऑरिकल दे विच, सब तो पहला लैफ्ट ऑरिकल दे, दैन हुण लैफ्ट ऑरिकल ते लैफ्ट वेंट्रिकल दे विच बेटा एक वॉल्व प्रैजेंट आ, उन्होंने असीं बोलते हैं बाईकस्पिड वॉल्व, ठीक है। ये कल्ले कल्ले एक 1 मार्क्स के क्वेश्चन काफ़ी बनते हैं। देखो सब तो पहली गल तुहानूं मैं ये दसी है कि हार्ट की आउटर कवरिंग मैमब्रेन किहड़ी हुंदी आ, दोबारा तुहानूं एक्सप्लेन कर देना, हार्ट की आउटर कवरिंग मैमब्रेन जिहड़ी आ, वो किहड़ी हुंदी आ, वो बेटा हुंदी आ पेरीकार्डियम। 1 मार्क्स का क्वेश्चन यही तुहाडा बन गया, ओके, अंडरस्टूड। फ्लूइड फिल्ड मैमब्रेन होंदी है, फ्लूइड वगैरह फिल होंदा ताकि कोई भी शॉक वगैरह अब्जॉर्ब कर लैंदी है, ना लगे हार्ट नूं। दूजे नंबर ते तुसीं ये गल याद रखनी है, ये 4 चैंबर आ हार्ट दे, जे तुसीं पॉइंट्स विच करोगे, राइट ऑरिकल, राइट वेंट्रिकल, लैफ्ट ऑरिकल, लैफ्ट वेंट्रिकल, ओके बेटा। उस तो बाद तुसीं गल ये याद रखनी है बेटा कि जिहड़ा गंदा खून साडे अपर बॉडी पार्ट च आ, वो कित्थों आऊगा, उपरों आऊगा फ्रॉम अपर साइड, और जिहड़ा लोअर बॉडी पार्ट च वो साडे नीचों आऊगा, ठीक है। इस दे नाल ये गल होर याद रखनी है बेटा कि जदों भी खून हार्ट वल नूं आऊगा, जिद्दां कि आ गंदा खून अंदर आ रहा ना, ठीक है, जदों भी गंदा खून अंदर हार्ट दे तरफ खून एंटर करूगा, हमेशा वेन्स राही करूगा, ठीक है जी, अंडरस्टूड है, ठीक है। वेन्स मतलब गंदा खून लैके आउंदियां है। उस तो बाद जिहड़ा फिर गंदा खून सिर्फ वेन्स विच आउंदा, बस एक बारी यह आर्टरी दे विच जांदा जदों इहने साफ होने लई जाना लंग्स कोल, उदों ये पलमनरी आर्टरी दे विच जांदा, और वेन्स दे विच खून हार्ट दे वल नूं आउंदा आ, ठीक है, और आर्टरीज़ राहीं हार्ट तो दूर जाता है, ये गल याद रखनी। जदों भी खून बाहर जाना हार्ट तो हमेशा आर्टरी विच जाना, तो ओबीअसली हुण गंदा खून सीगा पर जा तो बाहर आ हार्ट तो किहदे राहीं जाऊगा, पलमनरी आर्टरी राहीं बेटा, ये गल याद रखनी, ठीक है। और वेन हमेशा गंदा खून लैके आउंदी सी, दस्सिया मैं तुहानूं ये गल क्लीयर है। बट हुण जदों लंग्स दे कोल इत्थे सारा खून साफ हो गया,
ठीक है। हुण उस खून ने वापस आना है, और वापस हुण किहदे राहीं आऊगा बेटा, और फिर दोबारा आऊगा पलमनरी वेन्स राहीं। बस इत्थे ये दो डिफरेंसिस आ ये सर्कुलेशन दे विच इंपॉर्टेंट है भी, ठीक है। कि गंदा खून आउंदा तां वेन्स राहीं आ गंदा खून, ओके ठीक है। बट एक बारी गंदा खून पलमनरी आर्टरी राहीं कित्थे जांदा है, लंग्स कोल साफ होने लई। ते इदां ही उस टाइम ते साफ हो के वेन्स हमेशा खून हार्ट की तरफ लैके आउंदी है, तो इत्थे पलमनरी वेन ही जिहड़ी आ ओह उस साफ खून नूं लैके आऊगी। ओके जी। सो फिर उस तो बाद राइट तुहाडे आ गया, ब्लड तुहाडे कोल पहुँच गया लैफ्ट ऑरिकल दे विच बेटा इत्थे, ठीक है। दैन फिर आऊगा हुण लैफ्ट ऑरिकल ते लैफ्ट वैंट्रीकल दे विच किहड़ा वॉल प्रैजेंट आ, बाईकस्पिड वॉल, ये याद रखना। राइट ऑरिकल ते राइट वैंट्रीकल दे विच किहड़ा वॉल प्रैजेंट है, ट्राईकस्पिड वॉल। ये भी दोनों इंपॉर्टेंट क्वेश्चन है, ठीक है। एक इंटरवैंट्रिकुलर सैप्टम्स होंदी है जिहड़ी कि दोनों चैंबर्स नूं डिवाइड करदी है, दोनों चैंबर्स नूं डिवाइड करदी है। इधरले चैंबर राइट नूं ते लैफ्ट नूं दोनों नूं की करूगी, डिवाइड करूगी, इंटरवैंट्रिकुलर सैप्टम, जां इहनूं कल्ली सैप्टम भी बोलते हैं तुसीं। ओके बेटा। होर दूसरी गल ये है कि हुण ये डिवीजन काहतों ताकि जिहड़ा गंदा खून ते साफ खून है जिहड़ा आपस विच मिक्स ना होवे। ओके बेटा। दैन जो खून चंगी तरह साफ हो के तुहाडे लैफ्ट वैंट्रीकल च पहुँच गया, लैफ्ट वैंट्रीकल तो फिर आउटा राहीं सारे बॉडी पार्ट्स दे विच ओह पहुँच जाना। ओके बेटा, ठीक है। सो ये खून एक बारी आना वापस एंटर करना साफ हो के फिर दोबारा आना, दैट इज़ कॉल्ड दिस ऑल प्रोसैस इज़ कॉल्ड द डबल सर्कुलेशन। अंडरस्टूड है बेटा। ये इंटरनल स्ट्रक्चर सीगा ह्यूमन हार्ट दा, तुसीं बनाना ही बनाना है, ठीक है। देखो डीऑक्सीनेटेड ब्लड फ्रॉम होल बॉडी एंटर्स राइट ऑरिकल तो सुपीरियर वैन कवा, जो अपर बॉडी पार्ट तो आना, ठीक है, वो किधर राही एंटर करूँगा, सुपीरियर वैन कवा। जो लोअर पार्ट बॉडी तो आना, सो इट इज़ कॉल्ड द इन्फीरियर वैन कवा, ठीक है। अंडरस्टूड। एंड द कोरोनरी साइनस फ्रॉम द वॉल्स ऑफ द हार्ट, ठीक है। ये जो डीऑक्सीनेटेड ब्लड करता है, एक कोरोनरी साइनस होंगी जी हार्ट दी वॉल्स होंगे वो भी प्रेजेंट दी हैल्प करदी हैं कोरोनरी साइनस। आ देखो वॉल ब्लड नूं एंटर करन में। ऑक्सीजनेटेड ब्लड इज़ कैरिड बाय पल्मोनरी वेन्स इन लैफ्ट ऑरिकल, ये तुहानूं पता ही है, ठीक है। इज़ कैरिड बाय पल्मोनरी लैफ्ट ऑरिकल, फिर लैफ्ट ऑरिकल जिन्होंने तुसीं आर्टरी भी बोल सकते हैं। बोथ द ऑरिकल्स एक्सपैंड एंड गैट फिल्ड साइमल्टेनियसली, इट इज़ कॉल्ड डायस्टोल। जो पूरी तरह एक्सपैंड कर जाते खुल जाते हैं उसनूं असीं डायस्टोल बोलते हैं। द कॉन्ट्रैक्ट टूगैदर अंडरगो सिस्टोल, जो कॉन्ट्रैक्ट कर जाते हैं, हुण सपोज कर लो कॉन्ट्रैक्शन तो रिलैक्शन ही होंदी है बेटा। आ देखो आ जिहड़ा हैगा आ जो ब्लड इत्थे भर गया इन्हें कॉन्ट्रैक्ट कर जाना, फैल जाना, चीज़ भर ली, जो भर गया इन्हें रिलैक्स कॉन्ट्रैक्ट कर जाना, तो उन्होंने असी कहने असी जो एक्सपैंड कर देना बेटा उसनों होर असी एक्सपैंड करके वो पूरा फिल्ड हो जाता, भर गया ब्लड नाल, दैन वो असी डायस्टोल बोलते हैं। दूजा ने जो उन्हें कॉन्ट्रैक्ट करना सुंगड़ जान इकट्ठा हो जाना, तो ब्लड जो दूजे च मूव कर जाना, उसनों असी सिस्टोल कहते हैं। ये गल याद रखनी तुसीं, ठीक है। दिस कॉल्स डायस्टोल ऑफ टू वेंट्रिकल्स, द स्ट्रेंथन वेंट्रिकल्स अंडरगो सिस्टोल एंड कंट्रैक्शन टू ओवर। तो वही गल है बेटा, जो एक्सपैंड होगा ब्लड फिल कर जाऊगा उन्होंने डायस्टोल बोलते हैं। फिर जो उन्हें कॉन्ट्रैक्ट करना, ठीक है, तो ब्लड अगे मूव कर जाना, उन्होंने सिस्टोल कहते हैं। ओके बेटा। ये कार्डियक साइकिल कंसिस्ट वन फिलिंग एंड एम्पटिंग ऑफ चैंबर ऑफ हार्ट इज ऑफ 0.8 सेकेंड ड्यूरेशन। कहता कार्डियक साइकिल की कहता है कि एक चैंबर का फिल होना तो फिर वह खाली होना किन्ने सैकेंड लगते हैं बेटा, 0.8 सेकेंड्स लगते हैं, ठीक है। इट कंसिस्ट ऑफ ऑरिकुलर सिस्टोल वेंट्रिकुलर सिस्टोल एंड जॉइंट डायस्टोल। ब्लैक फ्लो ऑफ ब्लड इज़ प्रिवेंटेड बाय वॉल्व्स। हुण वो जिहड़े वॉल्व्स तुहानूं मैं दस्से गए, ठीक है, राइट ऑरिकल राइट वेंट्रिकल दे विच, लैफ्ट ऑरिकल लैफ्ट वेंट्रिकल, जिहड़े वॉल्व्स आ वो दोने वो जिहड़े वॉल्व्स आ ब्लड नूं वापस जाण तो रोकते हैं। द पार्टीशन बिटवीन द राइट एंड लैफ्ट साइड ऑफ द हार्ट आर यूजफुल इन सैपरेटर। पार्टीशन तो दस भी चुका ताकि जी सैप्टम इंटरवेंट्रिकुलर सैप्टम भी बोल सकते हैं, सैप्टम भी बोल सकते हैं,
ਇਹ ਗੰਦੇ ਖੂਨ ਅਤੇ ਸਾਫ਼ ਖੂਨ ਨੂੰ ਮਿਕਸ ਹੋਣ ਤੋਂ ਬਚਾਉਂਦੇ ਆ। ਓਕੇ ਬੇਟਾ। So this mechanism provide efficient supply of oxygen to all body parts. These occur in animals having high energy needs like birds, mammals ਦੇ ਵਿੱਚ ਵੀ ਹੁੰਦੇ ਆ। They spend a lot of extra energy for keeping the body temperature constant. Reptiles and amphibians ਦੇ ਵਿੱਚ energy need are lesser as the body temperature varies the temperature of environment. There is a ਉਹਦੇ 'ਤੇ 3 chambered heart ਹੁੰਦਾ ਹੈ, ਠੀਕ ਹੈ, ਔਰ ਉਹਨਾਂ ਦੇ ਵਿੱਚ ਜਿਹੜੀ ਮਿਕਸਿੰਗ ਹੋ ਜਾਂਦੀ ਹੈ ਆਕਸੀਜਨੇਟਡ ਬਲੱਡ ਦੀ ਅਤੇ ਡੀਆਕਸੀਜਨੇਟਡ ਬਲੱਡ ਦੀ, ਉਹਨਾਂ ਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ। ਫਿਸ਼ਿਸ ਦੇ ਵਿੱਚ 2 ਚੈਂਬਰਡ ਹਾਰਟ ਹੁੰਦਾ ਹੈ, ਠੀਕ ਹੈ, ਔਰ ਫਿਸ਼ ਪੰਪਸ ਓਨਲੀ ਵੇਨਸ ਬਲੱਡ। ਫਿਸ਼ ਜਿਹੜੀ ਹਮੇਸ਼ਾ ਗੰਦਾ ਖੂਨ ਹੀ ਪੰਪ ਕਰਦੀ ਹੈ। ਇਟ ਇਜ਼ ਆਕਸੀਜਨੇਟਡ ਕਿੱਥੇ ਹੁੰਦਾ ਜਾ ਕੇ ਗਿਲਸ ਦੇ ਵਿੱਚ, ਠੀਕ ਹੈ, ਫਿਰ ਗਿਲਸ ਤੋਂ ਜਿਹੜਾ ਸਾਰੇ ਬਾਡੀ ਪਾਰਟਸ ਦੇ ਵਿੱਚ ਉਹ ਫਿਸ਼ ਦੇ ਵਿੱਚ ਮੂਵ ਕਰ ਜਾਂਦਾ। ਓਕੇ ਬੇਟਾ। ਨੈਕਸਟ ਆ ਜਾਂਦਾ ਹਾਰਟ ਬੀਟ। ਕੀ ਹੁੰਦੀ ਹੈ, ਕਿਸ ਤਰ੍ਹਾਂ ਦੀ ਹਾਰਟ ਬੀਟ ਦੇ ਵਿੱਚ ਆ ਜਾਂਦਾ, ਤੁਹਾਨੂੰ ਪਤਾ ਹੀ ਹੈ, ਐਕਸਪੈਂਸ਼ਨ ਐਂਡ ਕੰਟਰੈਕਸ਼ਨ ਆਫ ਹਾਰਟ। ਹੁਣ ਜਿਹੜਾ ਮੈਂ ਤੁਹਾਨੂੰ ਦੱਸਿਆ ਐਕਸਪੈਂਡ ਹੋਇਆ ਫਿਰ ਕੰਟਰੈਕਟ ਹੋਇਆ, ਐਕਸਪੈਂਡ ਕੰਟਰੈਕਟ, ਉਸ ਨੂੰ ਅਸੀਂ ਕੀ ਬੋਲਦੇ ਹਾਂ, ਹਾਰਟ ਬੀਟ ਬੋਲਦੇ ਹਾਂ। ਜਿਹਦਾ ਐਕਸਪੈਂਸ਼ਨ ਹੁੰਦੀ ਉਹ ਡਾਇਸਟੋਲ ਹੁੰਦਾ ਹੈ, ਜਦੋਂ ਕੰਟਰੈਕਸ਼ਨ ਹੁੰਦੀ ਉਹ ਸਿਸਟੋਲ ਹੁੰਦਾ ਹੈ। ਇਹ ਵੀ 1 ਮਾਰਕਸ ਦਾ ਕੁਐਸਚਨ ਆ ਬੇਟਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ 70 ਤੋਂ 72 ਮਿੰਟ ਜਿਹੜਾ ਹੈ ਅਡਲਟ ਹਿਊਮਨ ਮੇਲ ਜਿਹੜਾ ਆ ਉਹਦੇ ਵਿੱਚ ਬੀਟ ਕਰਦਾ ਹੈ ਹਾਰਟ, ਅਤੇ 80 ਮਿੰਟ ਜਿਹੜਾ ਫੀਮੇਲਸ ਦੇ ਵਿੱਚ। ਇਟ ਇਨਕਰੀਜ਼ ਦਾ ਐਕਸਾਈਟਮੈਂਟ ਐਂਡ ਫਿਜ਼ੀਕਲ ਐਕਸਰਸਾਈਜ਼। ਹਾਰਟ ਬੀਟ ਕਿਹਦੇ ਨਾਲ ਸੁਣ ਸਕਦੇ ਹਾਂ, ਸਟੈਥੋਸਕੋਪ ਨਾਲ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਰ ਇਜ਼ ਅ ਲੋ ਪਿਚਡ ਸਾਊਂਡ ਆਫ ਲੌਂਗਰ ਡਿਊਰੇਸ਼ਨ ਕਾਲਡ ਲਬ ਐਂਡ ਹਾਈ ਪਿਚ ਸਾਊਂਡ ਆਫ ਸ਼ਾਰਟਰ ਡਿਊਰੇਸ਼ਨ ਆਰ ਕਾਲਡ ਡਬ। ਲਬ ਇਜ਼ ਪ੍ਰੋਡਿਊਸਡ ਔਨ ਦਾ ਸਾਈਮਲਟੇਨੀਅਸ ਕਲੋਜ਼ਰ ਆਫ ਆਰਟਰੀਓ ਵੈਂਟੀਕੂਲਰ ਵਾਲਵਸ, ਠੀਕ ਹੈ। ਹੁਣ ਦੇਖੋ ਇੱਕ ਗੱਲ ਆ ਵੀ ਇੰਪੋਰਟੈਂਟ ਯਾਦ ਰੱਖਣੀ ਹੈ ਬੇਟਾ, ਇੱਕ ਲੋ ਪਿਚ ਸਾਊਂਡ ਹੁੰਦੀ ਹੈ, ਠੀਕ ਹੈ, ਜੋ ਜ਼ਿਆਦਾ ਦੇਰ ਤੱਕ ਸੁਣਾਈ ਦਿੰਦੀ ਹੈ, ਉਹਨੂੰ ਲੱਬ ਬੋਲਦੇ ਆ, LUBB, ਠੀਕ ਹੈ। ਇਹ ਉਸ ਟਾਈਮ 'ਤੇ ਸੁਣਾਈ ਦਿੰਦੀ ਹੈ ਸਾਨੂੰ ਬੇਟਾ, ਠੀਕ ਹੈ, ਜਦੋਂ ਜਿਹੜੇ ਬਾਈਕਸਪਿਡ ਅਤੇ ਟਰਾਈਕਸਪਿਡ ਵਾਲ ਸੀਗੇ ਉਹ ਕਲੋਜ਼ ਹੁੰਦੇ ਆ, ਦੋਨੇ ਇਕੱਠੇ ਸਾਈਮਲਟੇਨੀਅਸਲੀ ਕਲੋਜ਼ ਹੁੰਦੇ ਆ, ਠੀਕ ਹੈ। ਡੱਪ ਕਦੋਂ ਸੁਣਾਈ ਦਿੰਦੀ ਹੈ ਸਾਨੂੰ, ਡੱਪ ਥੋੜ੍ਹੇ ਸਮੇਂ ਲਈ ਸੁਣਾਈ ਦਿੰਦੀ ਹੈ, ਠੀਕ ਹੈ, ਜਿਸ ਤਰ੍ਹਾਂ ਲੱਭ ਜਿਹੜੀ ਸੀਗੀ ਉਹ ਜ਼ਿਆਦਾ ਸਮੇਂ ਲਈ ਲੌਂਗਰ ਡਿਊਰੇਸ਼ਨ ਹੁੰਦੀ ਹੈ ਉਹਦੀ, ਅਤੇ ਡੱਪ ਦੀ ਜਿਹੜੀ ਹੈ ਸ਼ਾਰਟਰ ਡਿਊਰੇਸ਼ਨ ਹੁੰਦੀ ਹੈ, ਠੀਕ ਹੈ, ਬਟ ਹਾਈ ਪਿਚ ਹੁੰਦੀ ਹੈ। ਇਹ ਦੋਨਾਂ ਦਾ ਡਿਫਰੈਂਸ ਆ, ਠੀਕ ਹੈ ਬੇਟਾ। ਪਲੀਜ਼ ਇਹ ਗੱਲ ਨੂੰ ਧਿਆਨ ਰੱਖੋ, ਲਿਸਨ ਕੇਅਰਫੁਲੀ। ਇੱਕ ਹੁੰਦੀ ਆ ਬੇਟਾ ਲੱਭ, ਇੱਕ ਹੁੰਦੀ ਆ ਡੱਬ। ਓਕੇ ਬੇਟਾ। ਹੁਣ ਦੇਖੋ ਬੇਟਾ ਜਿਹੜੀ ਲੱਭ ਆ ਉਹ ਹੁੰਦੀ ਆ ਲੋ ਪਿਚ, ਠੀਕ ਹੈ, ਲੋ ਪਿਚ ਹੁੰਦੀ ਹੈ ਲੱਭ, ਠੀਕ ਹੈ, ਬਟ ਲੌਂਗਰ ਡਿਊਰੇਸ਼ਨ, ਟਾਈਮ ਜ਼ਿਆਦਾ ਲਈ, ਲੋ ਪਿਚ ਬਟ ਲੌਂਗਰ ਡਿਊਰੇਸ਼ਨ। ਇਸ ਤਰ੍ਹਾਂ ਹੀ ਬੇਟਾ ਜਿਹੜੀ ਡੱਪ ਹੁੰਦੀ ਆ, ਠੀਕ ਹੈ, ਡੱਪ ਜਿਹੜੀ ਸਾਊਂਡ ਆ ਉਹ ਹਾਈ ਪਿਚ ਹੁੰਦੀ ਆ, ਠੀਕ ਹੈ, ਸ਼ਾਰਟਰ ਡਿਊਰੇਸ਼ਨ ਹੁੰਦੀ ਆ, ਸ਼ਾਰਟ ਡਿਊਰੇਸ਼ਨ ਹੁੰਦੀ ਉਹਦਾ ਟਾਈਮ। ਓਕੇ ਬੇਟਾ। ਬਟ ਇਹ ਦੋਨੇ ਹੁਣ ਹੁੰਦੀਆਂ ਕਦੋਂ ਆ, ਹੁਣ ਦੂਜੀ ਨੈਕਸਟ ਤੁਸੀਂ ਪੁਆਇੰਟ ਇਹ ਲਿਖ ਲੈਣਾ, ਠੀਕ ਹੈ। ਹੁਣ ਜਿਹੜੀ ਲੱਭ ਉਦੋਂ ਪ੍ਰੋਡਿਊਸ ਹੁੰਦੀ ਆ ਜਦੋਂ ਬਾਈਕਸਪਿਡ ਅਤੇ ਟਰਾਈਕਸਪਿਡ ਵਾਲਵਸ ਜਿਹੜੇ ਆ ਉਹ ਕਲੋਜ਼ ਹੁੰਦੇ ਆ, ਉਦੋਂ ਕਿਹੜੀ ਹੁੰਦੀ ਆ, ਲੱਭ ਹੁੰਦੀ ਆ, ਠੀਕ ਹੈ। ਔਰ ਡੱਪ ਕਦੋਂ ਹੁੰਦੀ ਆ, ਉਹ ਹੁੰਦੀ ਹੈ ਜਦੋਂ ਡੱਪ ਉਦੋਂ ਪ੍ਰੋਡਿਊਸ ਹੁੰਦੀ ਆ, ਠੀਕ ਹੈ, ਜਦੋਂ ਆਓਰਟਿਕ ਅਤੇ ਪਲਮਨਰੀ ਵਾਲਵਸ ਜਿਹੜੇ ਆ ਉਹ ਕਲੋਜ਼ ਹੁੰਦੇ ਆ। ਓਕੇ ਬੇਟਾ, ਅੰਡਰਸਟੂਡ ਹੈ। ਦੁਬਾਰਾ ਦੱਸਣਾ, ਲੱਭ ਉਦੋਂ ਪ੍ਰੋਡਿਊਸ ਹੁੰਦੀ ਆ ਜਦੋਂ ਕਲੋਜ਼ਰ ਆਫ ਦਾ ਬਾਈਕਸਪਿਡ ਟਰਾਈਕਸਪਿਡ ਵਾਲਵ, ਅਤੇ ਡੱਪ ਉਦੋਂ ਪ੍ਰੋਡਿਊਸ ਹੁੰਦੀ ਹੈ ਜਦੋਂ ਕਲੋਜ਼ਰ ਆਫ ਦਾ ਆਓਰਟਿਕ ਐਂਡ ਦਾ ਪਲਮਨਰੀ ਵਾਲਵ। Then heartbeat is controlled by special mass of muscle that is capable of generating electric current for contraction of different parts of heart, ठीक है। It consists of sen arterial node ਜਿਹਦੇ ਵਿੱਚ ਇਹ ਰਾਈਟ ਆਰਟੀਕਲ ਦੇ ਵਿੱਚ ਹੁੰਦੀ ਹੈ ਪ੍ਰੈਜੈਂਟ, ਆਰਟਰੀ ਵੈਂਟਰੀਕਲ ਨੋਡ ਇਹ ਰਾਈਟ ਆਰਟੀਕਲ ਦੇ ਵੀ ਪ੍ਰੈਜੈਂਟ, ਬੰਡਲ ਆਫ ਹੀਸ ਇਹ ਵਾਲ ਆਫ ਕਿਹੜੀ ਵਾਲ 'ਚ ਵੈਂਟਰੀਕਲਸ ਦੀ ਵਾਲਸ ਦੇ ਵਿੱਚ ਪ੍ਰੈਜੈਂਟ ਹੁੰਦੀ ਹੈ, ਠੀਕ ਹੈ।
नैक्सट पल्स आ जाती है बेटा, ठीक है। ट्रिब्यूटर थ्रॉ फेल्स इन सुपरफिशियल आर्टरी लाइक रेडियल आर्टरी ऑफ द रिस्ट बिलो बेस ऑफ द थंब। थ्रोब इज ड्यू टू फोर्सफुल पंपिंग ऑफ ब्लड इनटू आर्टरीज थ्रू ड्यूरिंग वेंट्रिकल सिस्टोल, ठीक है। ਇਹ ਕਾਹਦੇ ਕਰਕੇ ਹੁੰਦੀ ਹੈ, ਜਦੋਂ ਜਿਹੜਾ ਬਲੱਡ ਸਾਡਾ ਆ ਫੋਰਸਫੁਲੀ ਫਲੋ ਕਰਦਾ ਹੈ ਪ੍ਰੈਸ਼ਰ ਨਾਲ ਇਹਦੇ ਵਿੱਚ ਆਰਟਰੀਜ਼ ਦੇ ਵਿੱਚ, ਠੀਕ ਹੈ। ਜਦੋਂ ਵੈਂਟਰੀਕਲ ਜਿਹੜੇ ਕੀ ਕਰਦੇ ਆ, ਕੰਟਰੈਕਟ ਕਰਦੇ ਆ। ਹੁਣ ਲੱਗ ਗਈ ਸਮਝ, ਸਿਸਟੋਲ ਮੈਨੇ ਕੀ ਹੁੰਦਾ, ਕੰਟਰੈਕਟ ਕਰਨਾ। ਦੇਖੋ ਦਾ ਥਰੋਬ ਇਜ਼ ਡਿਊ ਟੂ ਫੋਰਸਫੁਲ ਪੰਪਿੰਗ ਆਫ ਬਲੱਡ, ਕਿਹਦੇ ਵਿੱਚ ਪੰਪ ਕਰਦਾ ਹੈ ਬਲੱਡ, ਆਰਟਰੀਜ਼ ਦੇ ਵਿੱਚ ਕਰਦਾ ਹੈ, ਠੀਕ ਹੈ। ਜਦੋਂ ਸਿਸਟੋਲ ਨੇ ਕੰਟਰੈਕਟ ਕਰਨਾ। ਦੈਨ ਉਸ ਤੋਂ ਪਲਸ ਕੈਨ ਬੀ ਫੈਲਟ ਬਾਈ ਪਲੇਸਿੰਗ ਦਾ ਫਿੰਗਰ ਓਵਰ ਦਾ ਰੇਡੀਅਲ ਆਰਟਰੀ, ਠੀਕ ਹੈ। ਨੰਬਰ ਆਫ ਥਰੋਬਸ ਪਰ ਮਿੰਟ ਇਜ਼ ਕਾਊਂਟਰ। ਜਦੋਂ ਥਰੋਬ ਕੀ ਹੁੰਦਾ ਤੁਹਾਨੂੰ ਪਤਾ ਹੀ ਆ, ਜਦੋਂ ਬੀਟ ਹੁੰਦੀ ਆ ਤੁਸੀਂ ਆਪਣੀ ਨਬਜ਼ ਨੂੰ ਹੱਥ ਲਾ ਕੇ ਦੇਖੋਗੇ ਉਹ ਟਿਕ 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 ਇੱਦਾਂ ਮੂਵ ਕਰਦੀ ਹੁੰਦੀ ਹੈ, ਠੀਕ ਹੈ। ਨੈਕਸਟ BP ਆ ਜਾਂਦਾ ਬੇਟਾ, ਬਲੱਡ ਪ੍ਰੈਸ਼ਰ ਆ ਜਾਂਦਾ, ਠੀਕ ਹੈ। ਬਲੱਡ ਪ੍ਰੈਸ਼ਰ ਨੂੰ ਤੁਹਾਨੂੰ ਪਤਾ ਹੀ ਕਿੰਨਾ ਮੇਜਰ ਕਰਦਾ, ਸਫੈਗਮੋਮੈਨੋਮੀਟਰ, ਓਕੇ ਬੇਟਾ। ਇੰਸਟਰੂਮੈਂਟ ਹੈਜ਼ ਇਨਫਲਾਟਡ ਕਫ ਇਨਕੰਪਰੈਸਿਬਲ ਰਬਰ ਬਲਬ ਐਂਡ ਸਕਰੂ ਐਂਡ ਕੰਡਕਟਰ ਮਰਕਰੀ ਮੈਨੋਮੀਟਰ ਨਾਲ ਅਟੈਚ ਹੁੰਦਾ ਹੈ। ਸਟੈਥੋਸਕੋਪ ਇਜ਼ ਰਿਕੁਆਇਰਡ। ਰਬ ਕਫ ਇਜ਼ ਰੈਪਡ ਜਸਟ ਓਵਰ ਦਾ ਐਲਬੋ। ਰਬਰ ਕਫ ਤੁਸੀਂ ਦੇਖਿਆ ਹੋਣਾ, ਤੁਸੀਂ ਕਿਸੇ ਨਾਲ ਜਦੋਂ ਜਾਂਦੇ ਆ ਮੈਡੀਕਲ ਡਾਕਟਰ ਕੋਲ, ਜਾਂ ਆਪਾਂ ਤੁਹਾਡਾ ਡਾਕਟਰ ਨੇ ਤੁਹਾਡਾ ਕਦੀ BP ਚੈੱਕ ਕੀਤਾ ਹੋਵੇ, ਪਹਿਲਾਂ ਉਹ ਕੱਪੜਾ ਆ ਤੁਹਾਡੀ ਆਮ ਨੂੰ, ਠੀਕ ਹੈ। ਹੁਣ ਉਹਨੇ ਕੀ ਕਰਦਾ, ਇਹਦੇ ਆਲੇ ਦੁਆਲੇ ਇੱਥੇ ਕੱਪੜਾ ਲਗਾ ਦਿੰਦਾ, ਉਹਨੂੰ ਰਬਰ ਕਫ ਬੋਲਦੇ ਹਾਂ ਅਸੀਂ, ਓਕੇ ਬੇਟਾ। ਔਰ ਸਟੈਥੋਸਕੋਪ ਦੀ ਮਦਦ ਨਾਲ, ਸਟੈਥੋਸਕੋਪ ਉਹਨੇ ਕੀ ਕਰਨਾ, ਆਪਣੇ ਕੰਨ ਨੂੰ ਲਗਾ ਕੇ ਉਹ ਸਾਡੇ ਉਹ ਜਿਹੜਾ ਇੱਦਾਂ ਦਾ ਸਟੈਥੋਸਕੋਪ ਹੁੰਦਾ ਉਹ ਆਪਣੇ ਕੰਨ ਨੂੰ ਲਗਾ ਕੇ ਉਹ ਇੱਥੇ ਲਗਾ ਲੈਂਦਾ, ਓਕੇ ਬੇਟਾ। ਦੈਨ ਉਸ ਤੋਂ ਬਾਅਦ ਏਅਰ ਇਜ਼ ਪੰਪਡ ਇਨਟੂ ਇਟ ਬਾਈ ਰਿਪੀਟਿੰਗ ਪ੍ਰੈਸਿੰਗ ਆਫ ਬਲਬਸ। ਉਹਨੇ ਕੀ ਕਰਨਾ, ਉਹ ਜਿਹੜੇ ਕੋਲ ਪੰਪ ਹੁੰਦਾ, ਸਪੋਜ਼ ਕਰ ਲਓ ਆ ਜਿਹੜਾ ਉਹਨੇ ਰਬਰ ਕਫ ਲਗਾਇਆ ਆ, ਉਹਦੇ ਇੱਥੇ ਇੱਕ ਪੰਪ ਜਿਹਾ ਪ੍ਰੈਜ਼ੈਂਟ ਹੁੰਦਾ, ਉਹਨੇ ਇਹਨੂੰ ਇਸ ਪੰਪ ਨੂੰ ਪ੍ਰੈਸ ਕਰਨਾ, ਇਹਨੂੰ ਪ੍ਰੈਸ ਕਰੂਗਾ ਉਹ ਡਾਕਟਰ, ਠੀਕ ਹੈ। ਪ੍ਰੈਸ ਕਰਕੇ ਬੇਟਾ ਏਅਰ ਪੰਪ ਕਰੂਗੀ ਰਿਪੀਟਿੰਗ ਟਾਈਮ ਪ੍ਰੈਸ ਕਰਕੇ, ਠੀਕ ਹੈ। ਫਿਰ ਟਿਲ ਦਾ ਮੈਨੋਮੀਟਰ ਸ਼ੋਜ਼ ਹਾਈ ਪ੍ਰੈਸ਼ਰ, ਜਿਹੜਾ ਉਹਨੇ ਰੀਡਿੰਗ ਆਪਣੀ ਦੇਖਣੀ ਹੈ। ਡਾਇਫਰਾਮ ਸਟੈਥੋਸਕੋਪ ਇਜ਼ ਨਾਟ ਪ੍ਰੈਸਡ ਅਗੇਂਸਟ ਦ ਏਰੀਆ ਆਫ ਬ੍ਰੈਕੀਅਲ ਆਰਟਰੀ। ਹੁਣ ਉਹ ਜਿਹੜੀ ਆਰਟਰੀ ਇੱਥੋਂ ਮੂਵ ਕਰ ਰਹੀ ਹੈ, ਉਹਨੇ ਇੱਥੇ ਸਾਡੇ ਆਹ ਕੀ ਰੱਖਿਆ ਆ, ਸਟੈਥੋਸਕੋਪ, ਠੀਕ ਹੈ। ਸੋ ਦੈਨ ਦਾ ਰੀਜਨ ਆਫ ਫੋਲਡ ਆਫ ਐਲਬ ਦਾ ਏਅਰ ਇਜ਼ ਰਿਲੀਜ਼। ਫਿਰ ਉਸ ਤੋਂ ਬਾਅਦ ਬੇਟਾ ਜਦੋਂ ਉਹਨੇ ਪੰਪ ਪੂਰੀ ਤਰ੍ਹਾਂ ਫਿਲ ਹੋ ਗਿਆ, ਆਹ ਚੀਜ਼ ਇੱਥੇ ਤੁਸੀਂ ਦੇਖਿਆ ਹੋਣਾ ਬਹੁਤ ਹੈਵੀ ਲੱਗਣ ਲੱਗ ਪੈਂਦੀ ਹੈ ਫੁੱਲ ਮਿਊਜ਼ਿਕ, ਫਿਰ ਉਹਨੇ ਹਵਾ ਇੱਥੇ ਇੱਕ ਟੂਟੀ ਟਾਈਪ ਲੱਗੀ ਹੁੰਦੀ ਆ ਜਿਹਦੇ ਨਾਲ ਉਹ ਹਵਾ ਰਿਲੀਜ਼ ਕਰ ਦਿੰਦਾ, ਠੀਕ ਹੈ। ਜਦੋਂ ਦਾ ਫਸਟ ਸਾਊਂਡ ਆਫ ਬਲੱਡ ਫਲੋਇੰਗ ਇਨਟੂ ਬਾਰਕਰ ਗਿਵਸ, ਜਦੋਂ ਇਹ ਬਲੱਡ ਉਹਨੇ ਜਦੋਂ ਹਵਾ ਰਿਲੀਜ਼ ਕਰ ਦਿੱਤੀ ਅਤੇ ਜਦੋਂ ਪਹਿਲਾ ਫਲੋ ਬਲੱਡ ਦਾ ਹੁੰਦਾ ਹੈ ਦੁਬਾਰਾ, ਠੀਕ ਹੈ, ਅਤੇ ਇੱਕ ਸਾਊਂਡ ਪ੍ਰੋਡਿਊਸ ਹੁੰਦੀ ਆ, ਸੁਣਾਈ ਦਿੰਦੀ ਆ, ਉਹਨੂੰ ਸਿਸਟੋਲਿਕ ਪ੍ਰੈਸ਼ਰ ਬੋਲਦੇ ਹਾਂ ਅਸੀਂ। ਵਾਈ ਵਿਦ ਫਰਦਰ ਰਿਲੀਜ਼ ਆਫ ਏਅਰ ਇਹ ਸਟੇਜ ਕਮਸ ਵੈਨ ਦਾ ਸਾਊਂਡ ਡਿਸਅਪੀਅਰ। ਅਤੇ ਇੱਕ ਸਟੇਜ ਇੱਦਾਂ ਦੀ ਹੁੰਦੀ ਆ ਜਦੋਂ ਉਹ ਜਿਹੜੀ ਸਾਊਂਡ ਸੁਣਨੀ ਬੰਦ ਹੋ ਜਾਂਦੀ ਹੈ। ਅੰਡਰਸਟੂਡ ਆ ਬੇਟਾ। ਜਦੋਂ ਏਅਰ ਨੂੰ ਰਿਲੀਜ਼ ਕਰਨਾ ਉਹਨੇ, ਜਿਹੜੀ ਏਅਰ ਉਹਨੇ ਪਹਿਲਾਂ ਫਿਲ ਕੀਤੀ ਸੀ ਇਹਦੇ ਵਿੱਚ ਉਹ ਜਿਹੜੀ ਏਅਰ ਇਹਨੂੰ ਪੰਪ ਇੱਥੇ ਪ੍ਰੈਸ ਕਰਨ ਨਾਲ ਇੱਥੇ ਏਅਰ ਫਿਲ ਹੋ ਗਈ, ਇਸ ਵਾਲ ਰਾਹੀਂ ਉਹਨੇ ਜਿਹੜੀ ਆਹ ਵਾਲਾ ਵਾਲ ਆ ਬੇਟਾ, ਇਸ ਵਾਲ ਰਾਹੀਂ ਉਹਨੇ ਉਸ ਏਅਰ ਨੂੰ ਛੱਡਿਆ ਅਤੇ ਇੱਕ ਸਾਊਂਡ ਪ੍ਰੋਡਿਊਸ ਹੋਣੀ ਸ਼ੁਰੂ ਹੋ ਗਈ, ਠੀਕ ਹੈ। ਉਸ ਨੂੰ ਸਿਸਟੋਲਿਕ ਪ੍ਰੈਸ਼ਰ ਬੋਲਦੇ ਹਾਂ, ਓਕੇ। ਫਿਰ ਉਸ ਤੋਂ ਬਾਅਦ ਵਿਦ ਫਰਦਰ ਰਿਲੀਜ਼ ਆਫ ਏਅਰ, ਜਦੋਂ ਹੋਰ ਏਅਰ ਛੱਡਦਾ ਗਿਆ ਡਾਕਟਰ, ਠੀਕ ਹੈ। ਦੈਨ ਇੱਕ ਸਟੇਜ ਇੱਦਾਂ ਦੀ ਹੋਣੀ ਜਿਹੜੀ ਸਾਊਂਡ ਸਾਨੂੰ ਸੁਣਾਈ ਦਿੱਤੀ ਸੀਗੀ ਨਾ, ਉਹ ਸਾਊਂਡ ਖਤਮ ਹੋ ਜਾਣੀ, ਸਾਨੂੰ ਸੁਣਨੀ ਬੰਦ ਹੋ ਜਾਣੀ, ਅਤੇ ਉਸ ਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਬੋਲਦੇ ਹਾਂ। ਇਸ ਕਰਕੇ ਸਿਸਟੋਲਿਕ ਪ੍ਰੈਸ਼ਰ ਜਿਹੜਾ ਆਲਵੇਜ਼ ਹਾਇਰ ਹੁੰਦਾ ਕਿਹਦੇ ਨਾਲੋਂ, ਡਾਇਸਟੋਲਿਕ ਪ੍ਰੈਸ਼ਰ। ਨਾਰਮਲ ਸਿਸਟੋਲਿਕ ਪ੍ਰੈਸ਼ਰ ਕਿੰਨਾ ਹੁੰਦਾ 120 mm ਮਰਕਰੀ, ਵਾਈਲ ਡਾਇਸਟੋਲਿਕ ਪ੍ਰੈਸ਼ਰ ਕਿੰਨਾ ਹੁੰਦਾ 80 mm ਮਰਕਰੀ, ਓਕੇ ਬੇਟਾ, ਅੰਡਰਸਟੂਡ ਆ। ਸੋ ਹਾਇਰ ਵੈਲਿਊ
says that ਜੇ ਵੈਲਿਊ ਹਾਇਰ ਇਸका hypertension, high blood pressure है, it caused by the thickening of walls of arterioles and arteries. There increased resistance to blood flow that cause rapid and cause internal ਜੇ ਜ਼ਿਆਦਾ ਇਹਨਾਂ ਬਲੱਡ ਜਿਹੜਾ ਫਲੋ ਕਰਦਾ ਹੈ ਇਹਨਾਂ ਇਹ ਬਲੱਡ ਵੈਸਲ ਜਿਹੜੀ ਇੰਟਰਨਲ ਬਲੀਡਿੰਗ ਵੀ ਹੋ ਸਕਦੀ ਹੈ। ਠੀਕ ਹੈ। ਲੋ ਸਿਸਟੋਲਿਕ ਐਂਡ ਲੋਅਰ ਡਾਇਸਟੋਲਿਕ ਇਜ਼ ਨੋਨ ਹਾਈਪੋਟੈਂਸ਼ਨ। ਜੇਕਰ ਉਹਨਾਂ ਦੀ ਵੈਲਿਊ ਘੱਟ ਆ ਤਾਂ ਉਹਨੂੰ ਹਾਈਪੋ ਬੋਲਦੇ ਹਾਂ, ਜੇ ਜ਼ਿਆਦਾ ਹੈ ਤਾਂ ਹਾਈਪਰਟੈਂਸ਼ਨ ਜਿਹਨੂੰ ਹਾਈ BP ਬੋਲਦੇ हैं। ਆ ਦੇਖੋ ਆ ਸਾਰਾ ਕੁਝ ਇਹਨਾਂ ਨੇ ਡਾਇਗਰਾਮ ਦਿੱਤੀ ਵੀ ਹੋਈ ਹੈ ਇੱਥੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਹੋਇਆ। ਆ ਉਹ ਸੀਗਾ ਜਿਹਦੇ ਨਾਲ ਹੈ ਸੀ ਪ੍ਰੈਸ਼ਰ, ਹਵਾ ਅੰਦਰ ਐਂਟਰ ਕਰਦੇ ਹਾਂ ਇਹਦੇ ਵਿੱਚ ਫੁੱਲ ਹੋ ਗਈ। ਠੀਕ ਹੈ। ਆ ਸਾਡੀ ਆਰਟਰੀ ਜਾ ਰਹੀ ਹੈ, ਤੁਸੀਂ ਦੇਖ ਰਹੇ ਹੋ ਆਹ ਵਾਲੀ ਆਰਟਰੀ ਜਾ ਰਹੀ ਹੈ। ਠੀਕ ਹੈ। ਇਹਦੇ ਉੱਪਰ ਉਹਨੇ ਕੀ ਕਰਨਾ, ਡਾਕਟਰ ਨੇ ਇੱਥੇ ਸਾਡੇ ਐਲਬੋ ਦੇ ਕੋਲ ਆ ਰੱਖਿਆ ਹੋਇਆ ਨਾ ਸਟੈਥੋਸਕੋਪ। ਠੀਕ ਹੈ। ਜਦੋਂ ਹਵਾ ਪੂਰੀ ਫਿਲ ਕੀਤੀ ਅਤੇ ਆ ਰਾਈਜ਼ ਕਰ ਗਿਆ ਅਬਾਵ 120। ਜਦੋਂ ਹਵਾ ਰਿਲੀਜ਼ ਕੀਤੀ ਤਾਂ ਉਹਨੇ ਇੱਕ ਆਊਡੀਬਲ ਸਾਊਂਡ ਜਿਹੜੀ ਪ੍ਰੋਡਿਊਸ ਉਹ ਸੁਣਾਈ ਦਿੱਤੀ। ਠੀਕ ਹੈ ਡਾਕਟਰ ਨੂੰ। ਅਤੇ ਜਦੋਂ ਡਿਸਅਪੀਅਰ ਹੋ ਗਈ ਦੈਨ ਆਪਾਂ ਉਹਦੀ ਰੀਡਿੰਗ ਨੋਟ ਕਰਦੇ। ਜਦੋਂ ਸੁਣਾਈ ਦਿੱਤੀ ਦੈਨ ਰੀਡਿੰਗ ਨੋਟ ਕਰ ਲੈਣੀ ਸਿਸਟੋਲਿਕ ਪ੍ਰੈਸ਼ਰ ਦੀ। ਠੀਕ ਹੈ। ਅਤੇ ਜਦੋਂ ਬੰਦ ਹੋ ਗਈ ਦੈਨ ਤੁਸੀਂ ਰੀਡਿੰਗ ਨੋਟ ਕਰਨੀ ਡਾਇਸਟੋਲਿਕ ਪ੍ਰੈਸ਼ਰ, ਉਹ ਤੁਹਾਡਾ ਆ ਜਾਣਾ। ਠੀਕ ਹੈ। ਇੱਦਾਂ ਹੀ ਹੁੰਦਾ ਨਾ ਬੇਟਾ, ਸਿਸਟੋਲਿਕ ਅਤੇ ਡਾਇਸਟੋਲਿਕ। ਓਕੇ ਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਬੇਟਾ ਤੁਹਾਡਾ ਅੱਗੇ ਨੈਕਸਟ ਆ ਜਾਂਦਾ ਹਾਂਜੀ ਸਿੰਗਲ ਸਰਕੂਲੇਸ਼ਨ ਆ ਜਾਂਦੀ ਆ। ਫਿਸ਼ਿਸ ਦੇ ਵਿੱਚ ਬਲੱਡ ਫਲੋਜ਼ ਥਰੂ ਦਾ ਹਾਰਟ ਓਨਲੀ ਵੰਸ ਵਾਈਲ ਕੰਪਲੀਟ ਦਾ ਫੁੱਲ ਸਰਕਿਟ ਆਫ ਬਾਡੀ। ਫਿਸ਼ਿਸ ਦੇ ਵਿੱਚ ਸਿੰਗਲ ਸਰਕੂਲੇਸ਼ਨ ਹੁੰਦੀ ਹੈ, ਤੁਹਾਨੂੰ ਪੁੱਛ ਸਕਦੇ ਆ। ਇਟ ਇਜ਼ ਕਾਲਡ ਸਿੰਗਲ ਸਰਕੂਲੇਸ਼ਨ। ਦਾ ਹਾਰਟ ਰਿਸੀਵਸ ਐਂਡ ਪੰਪਸ ਓਨਲੀ ਵੇਨਸ ਬਲੱਡ। ਜਦੋਂ ਉਹਦੇ ਵਿੱਚ ਸਿਰਫ ਗੰਦਾ ਖੂਨ ਹੀ ਮੂਵ ਕਰਦਾ ਹੈ। ਜਦੋਂ ਗਿਲਸ ਕੋਲ ਜਾਂਦਾ ਹੈ ਉੱਥੇ ਸਾਫ਼ ਹੋ ਕੇ ਗਿਲਸ ਦੇ ਕੋਲ ਫਿਰ ਸਾਰੇ ਬਾਡੀ ਪਾਰਟਸ ਦੇ ਵਿੱਚ ਉਹ ਚਲੇ ਜਾਂਦਾ ਹੈ। ਠੀਕ ਹੈ। ਦੈਨ ਉਸ ਤੋਂ ਬਾਅਦ ਆ ਦੇਖੋ ਆ ਇੱਕ ਸਟਰਕਚਰ ਆ ਡਬਲ ਸਰਕੂਲੇਸ਼ਨ ਕੀ ਹੁੰਦੀ ਹੈ ਬੇਟਾ, ਇਹ ਤੁਸੀਂ ਕਰ ਲੈਣਾ। ਠੀਕ ਹੈ। ਡੀਆਕਸੀਨੇਟਡ ਬਲੱਡ ਇਟ ਇਜ਼ ਅ ਪੈਸੇਜ ਆਫ ਦਾ ਸੇਮ ਬਲੱਡ ਟਵਾਈਸ ਥਰੂ ਦਾ ਹਾਰਟ। ਉਹ ਸੇਮ ਜਿਹੜਾ ਬਲੱਡ ਆ 2 ਵਾਰੀ ਹਾਰਟ ਦੇ ਵਿੱਚ ਮੂਵ ਕਰਦਾ, ਉਹਨੂੰ ਡਬਲ ਸਰਕੂਲੇਸ਼ਨ ਬੋਲਦੇ ਆ। ਠੀਕ ਹੈ। ਇੱਕ ਵਾਰੀ ਰਾਈਟ ਸਾਈਡ ਦੈਨ ਔਨ ਲੈਫਟ ਸਾਈਡ ਇਨ ਆਰਡਰ ਟੂ ਕੰਪਲੀਟ 1 ਸਾਈਕਲ। ਡਬਲ ਸਰਕੂਲੇਸ਼ਨ ਦੇ 2 ਕੰਪੋਨੈਂਟਸ ਹੁੰਦੇ ਆ ਬੇਟਾ, ਇਹ ਤੁਸੀਂ ਯਾਦ ਰੱਖਣੇ ਆ। ਇੱਕ ਪਲਮਨਰੀ ਸਰਕੂਲੇਸ਼ਨ ਹੁੰਦਾ। ਠੀਕ ਹੈ। ਇੱਕ ਸਿਸਟਮਿਕ ਸਰਕੂਲੇਸ਼ਨ ਹੁੰਦਾ। ਜਦੋਂ ਬਲੱਡ ਇਟ ਇਜ਼ ਦਾ ਮੂਵਮੈਂਟ ਆਫ ਬਲੱਡ ਫਰੋਮ ਹਾਰਟ ਟੂ ਦਾ ਲੰਗਸ। ਠੀਕ ਹੈ। ਇੱਕ ਬਲੱਡ ਦੀ ਜਿਹੜੀ ਮੂਵਮੈਂਟ ਹੁੰਦੀ ਆ, ਹਾਰਟ ਗੰਦਾ ਖੂਨ ਆਇਆ ਦੇਖੋ ਕਿੱਥੇ ਗਿਆ ਉਹ। ਠੀਕ ਹੈ। ਉਹ ਕਿੱਥੇ ਗਿਆ, ਲੰਗਸ ਕੋਲ ਗਿਆ। ਲੰਗਸ ਹੋ ਕੇ ਜਦੋਂ ਲੰਗਸ ਕੋਲ ਤੱਕ ਚਲਾ ਗਿਆ ਅਤੇ ਵਾਪਸ ਜਿਹੜਾ ਫਿਰ ਦੁਬਾਰਾ ਆ ਗਿਆ ਹਾਰਟ ਕੋਲ, ਇਸ ਨੂੰ ਅਸੀਂ ਪਲਮਨਰੀ ਸਰਕੂਲੇਸ਼ਨ ਬੋਲਦੇ ਹਾਂ। ਡੀਆਕਸੀਨੇਟਡ ਬਲੱਡ ਆਫ ਦਾ ਬਾਡੀ ਐਂਟਰਸ ਦਾ ਰਾਈਟ ਔਰੀਕਲ ਪਾਸਿੰਗ ਟੂ ਰਾਈਟ ਵੈਂਟਰੀਕਲ which pumps into the right arc with the help of 2 separate pulmonary arteries the blood passes into lungs। ਉੱਥੇ ਆਕਸੀਨੇਟਡ ਹੋਈ, ਉਹਨੂੰ ਆਕਸੀਜਨ ਮਿਲੀ ਅਤੇ ਵਾਪਸ ਉਹ ਕਿੱਥੇ ਆ ਗਿਆ, ਲੰਗਸ ਕੋਲ। ਆਕਸੀਨੇਟਡ ਹੋ ਕੇ ਦੁਬਾਰਾ ਕਿੱਥੇ ਆ ਗਿਆ, ਲੈਫਟ ਔਰੀਕਲ 'ਚ। ਸੋ ਦਿਸ ਇਜ਼ ਕਾਲਡ। ਠੀਕ ਹੈ। ਇਸ ਨੂੰ ਸਿਰਫ ਅਸੀਂ ਪਲਮਨਰੀ ਸਰਕੂਲੇਸ਼ਨ ਬੋਲਦੇ ਹਾਂ। ਜਦੋਂ ਬੇਟਾ ਇਟ ਇਜ਼ ਦਾ ਹੁਣ ਸਿਸਟਮ ਹੈ ਕੀ ਹੁੰਦੀ ਆ, ਜਦੋਂ ਉਹੀ ਬਲੱਡ ਜਿਹੜਾ ਸਰਕੂਲੇਸ਼ਨ ਬਲੱਡ ਬਿਟਵੀਨ ਹਾਰਟ ਐਂਡ ਡਿਫਰੈਂਟ, ਉਹ ਬਲੱਡ ਜਿਹੜਾ ਸਾਫ਼ ਹੋ ਕੇ ਆਇਆ ਜਦੋਂ ਸਾਰੇ ਬਾਡੀ ਪਾਰਟਸ 'ਚ ਵਾਪਸ ਚਲ ਗਿਆ ਬਾਡੀ ਪਾਰਟਸ ਦੇ ਵਿੱਚ, ਅਤੇ ਉਸ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ, ਸਿਸਟਮਿਕ ਸਰਕੂਲੇਸ਼ਨ ਬੋਲਦੇ ਹਾਂ। ਆਕਸੀਜਨੇਟਡ ਬਲੱਡ ਰਿਸੀਵਡ ਬਾਈ ਦਾ ਲੈਫਟ ਔਰੀਕਲ ਪਾਸਿਸ ਇਨਟੂ ਲੈਫਟ ਵੈਂਟਰੀਕਲ ਪੰਪਸ ਇਨਟੂ ਆਰਟਾ। ਫਿਰ ਲੈਫਟ ਵੈਂਟਰੀਕਲ ਤੋਂ ਆਰਟਾ ਦੇ ਵਿੱਚ ਰਾਹੀਂ ਸਾਰੇ ਬਾਡੀ ਪਾਰਟਸ ਦੇ ਵਿੱਚ ਉਹ ਤੁਹਾਨੂੰ ਸਰਕੂਲੇਟ ਹੋ ਜਾਂਦਾ। ਇੰਪੋਰਟੈਂਸ ਜਿਹੜੀ ਇਹ ਕਰ ਲੈਣਾ ਕਿਉਂਕਿ ਅਤੇ ਐਫੀਸ਼ੀਐਂਟ ਸਪਲਾਈ ਹੁੰਦੀ ਹੈ ਆਕਸੀਜਨੇਟਡ ਬਲੱਡ ਦੀ। ਠੀਕ ਹੈ। ਜਿਹੜੀ ਸਾਡੀ ਬਾਡੀ ਵਿੱਚ ਮੂਵ ਕਰਦੀ ਹੈ, ਇਹਦਾ ਡਿਫਰੈਂਸ ਜ਼ਰੂਰ ਕਰ ਲੈਣਾ ਬੇਟਾ। ਠੀਕ ਹੈ। ਸੋ ਅੱਜ ਲਈ ਇੰਨਾ ਇਹ ਤੁਹਾਡਾ ਹੋ ਗਿਆ ਬੇਟਾ, ਬਹੁਤ ਆ। ਵੈਸੇ ਇਹ ਲਾਸਟ ਟੋਪਿਕ ਰਹਿ ਗਿਆ ਤੁਹਾਡਾ ਬੇਟਾ ਇਹਦੇ ਵਿੱਚ, ਲਿੰਫ। ਠੀਕ ਹੈ। ਇਹ ਤੁਸੀਂ ਪਹਿਲਾਂ ਵੀ ਕੀਤਾ ਹੋਇਆ। ਲਿੰਫ ਇੱਕ ਬਲੱਡ ਦੇ ਟਿਸ਼ੂਜ਼ ਦੇ ਵਿੱਚ ਇੱਕ ਹੈਲਪਰ ਆ, ਹੈਲਪਰ ਦੀ ਤਰ੍ਹਾਂ ਕੰਮ ਕਰਦਾ ਹੈ। ਰਾਈਟ ਯੈਲੋ ਵਿਸਕਲ ਫਲੂਇਡ ਹੁੰਦਾ ਹੈ। ਠੀਕ ਹੈ। ਦੈਨ ਲਿੰਫ ਡਜ਼ ਨੋਟ, ਇਹਦੇ ਵਿੱਚ RBC ਨਹੀਂ ਹੁੰਦੇ ਆ, ਬਲੱਡ ਪਲੇਟਲੈਟਸ ਐਬਸੈਂਟ ਹੁੰਦੇ ਆ। ਠੀਕ ਹੈ। ਲੀਕੋਕਾਈਨ ਲਿੰਫੋਸਾਈਟ ਕੰਟੈਂਟਸ ਹਾਈ ਹੁੰਦਾ ਹੈ। ਠੀਕ ਹੈ। ਔਰ ਲਿੰਫ ਵੈਸਲ ਇਜ਼ ਫਾਊਂਡ ਇਨਸਾਈਡ ਦਾ ਫਾਈਨ ਬਲਾਈਨ ਟਿਊਬਸ
ਲਿੰਫ ਕੈਪਿਲਰੀਜ਼ ਦੇ ਵਿੱਚ ਇਹਦੀ ਫਾਰਮੇਸ਼ਨ ਹੁੰਦੀ ਹੈ। ਠੀਕ ਹੈ, ਸੋ ਇੱਕ ਮਿਡਲ ਮੈਨ ਦਾ ਕੰਮ ਕਰਦਾ ਹੈ ਬੇਟਾ। ਮੇਨ ਇਹ ਤੁਸੀਂ ਫੰਕਸ਼ਨ ਯਾਦ ਕਰਨੇ ਆ ਕਿ ਹੈਲਪਰ ਦਾ ਕੰਮ ਕਰਦਾ ਹੈ। ਠੀਕ ਹੈ, ਜਿੱਦਾਂ ਇਹ ਬਲੱਡ ਹੋ ਗਿਆ ਅਤੇ ਟਿਸ਼ੂਜ਼ ਹੋ ਗਿਆ, ਉਹਦੇ ਵਿੱਚ ਲਿੰਫ ਜਿਹੜਾ ਆ ਉਹ ਹੈਲਪਰ, ਉਹਨੇ ਬਲੱਡ ਤੋਂ ਲੈ ਕੇ ਜੋ ਵੀ ਮਟੀਰੀਅਲ ਆ ਉਹ ਟਿਸ਼ੂਜ਼ ਨੂੰ ਸਪਲਾਈ ਕਰਨਾ ਹੈ। ਠੀਕ ਹੈ, ਸੋ ਬਲੱਡ ਦੇ ਵੋਲਿਊਮ ਨੂੰ ਮੇਨਟੇਨ ਕਰਕੇ ਰੱਖਦਾ ਹੈ। ਮੈਚਿਓਰ ਇਨਸਾਈਡ ਦਾ ਲਿੰਫ ਨੋਡ ਐਂਡ ਰਿਲੀਜ਼ ਇਨਟੂ ਲਿੰਫ ਥਰੂ ਦਾ ਸੇਮ। ਟਿਸ਼ੂਜ਼ ਦੇ ਵਿੱਚ ਸਿਕਰੀਸ਼ਨ ਹੁੰਦੀ ਹੈ ਇਹਦੀ। ਠੀਕ ਹੈ, ਓਕੇ ਬੇਟਾ। ਪਲਾਜ਼ਮਾ ਪ੍ਰੋਟੀਨ ਅਦਰ ਸਿਕਰੀਸ਼ਨ ਆਫ ਟਿਸ਼ੂ ਆਰ ਫਸਟ ਇੰਪੋਰਟ ਇਨਟੂ ਲਿੰਫ। ਸੌਰੀ, ਇੱਕ ਗੱਲ ਮੈਂ ਗਲਤ ਬੋਲ ਗਿਆ ਬੇਟਾ। ਬਲੱਡ ਹੁੰਦਾ ਨਾ, ਮੈਂ ਉਲਟ ਬੋਲ ਗਿਆ ਸ਼ਾਇਦ ਪਿੱਛੇ ਜੇ, ਅਤੇ ਆਹ ਟਿਸ਼ੂਜ਼ ਆ। ਉਹਨੇ ਟਿਸ਼ੂਜ਼ ਕੋਲ ਸਾਰਾ ਕੁਝ ਵੀ ਨਿਊਟਰੈਂਟਸ ਵਗੈਰਾ ਕਲੈਕਟ ਕਰਕੇ ਪਹਿਲਾਂ ਲਿੰਫ ਨੂੰ ਦੇਣੇ ਆ ਜਿੱਥੇ ਜਿੱਦਾਂ ਲਿੰਫ ਆ। ਠੀਕ ਹੈ, ਲਿੰਫ ਨੂੰ ਦੈਨ ਉਸ ਤੋਂ ਬਾਅਦ ਲਿੰਫ ਨੇ ਕਿੱਥੇ ਮੂਵ ਅੱਗੇ ਪਾਸ ਕਰਨੇ ਆ, ਬਲੱਡ ਕੋਲ ਪਾਸ ਕਰਨੇ ਆ। ਠੀਕ ਹੈ, ਅਤੇ ਲਿੰਫ ਹੋਰ ਕੀ ਕਰਦਾ, ਪਿਕਅਪਸ ਦਾ ਡਾਈਜੈਸਟਡ ਫੈਟ ਫਰੋਮ ਦਾ ਐਲੀਮੈਂਟਰੀ ਖਲਾਰ। ਐਂਟਰਮੀਨ ਕਨਾਲ ਤੋਂ ਉਹਨੇ ਫੈਟ ਨੂੰ ਕਲੈਕਟ ਕਰਕੇ ਕਿਹਦੇ ਵਿੱਚ ਪੋਰ ਕਰ ਦੇਣਾ, ਬਲੱਡ ਦੇ ਵਿੱਚ। ਵੇਸਟੇਜ ਟਿਸ਼ੂਜ਼ ਤੋਂ ਕਲੈਕਟ ਕਰਕੇ ਲਿੰਫ ਨੇ ਉਹ ਕਿਹਦੇ ਵਿੱਚ ਕਰ ਦੇਣਾ, ਬਲੱਡ ਦੇ ਵਿੱਚ ਪਾਸ ਕਰ ਦੇਣਾ। ਸੋ ਇੱਕ ਹੈਲਪਰ ਦਾ ਕੰਮ ਕਰਦਾ ਹੈ ਲਿੰਫ। ਬਸ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ। ਓਕੇ ਬੇਟਾ, ਸੋ ਇਹ ਤੁਹਾਡਾ ਜਿਹੜਾ ਚੈਪਟਰ ਆ ਇਹਦੇ ਵਿੱਚ ਬਸ ਇਹੀ ਚੀਜ਼ਾਂ ਇੰਪੋਰਟੈਂਟ ਸੀਗੀਆਂ ਬੇਟਾ। ਹਾਰਟ ਦੀ ਸਰਕੂਲੇਸ਼ਨ ਇੰਪੋਰਟੈਂਟ ਆ, ਉਹ ਤੁਸੀਂ ਚੰਗੀ ਤਰ੍ਹਾਂ ਕਰ ਲੈਣੀ ਹੈ। ਬਲੱਡ ਲਿੰਫ ਦਾ ਜਿਹੜਾ ਡਿਫਰੈਂਸ ਹੈ ਇਹ ਵੀ ਕਰ ਲੈਣਾ। ਓਕੇ ਬੇਟਾ, ਸੋ ਦਿਸ ਇਜ਼ ਆਲ ਅਬਾਊਟ ਯੂਰ ਚੈਪਟਰ। ਇਹ ਸ਼ਾਰਟ ਸੀਗਾ ਚੈਪਟਰ, ਬਹੁਤ ਈਜ਼ੀ ਸੀਗਾ। ਹੁਣ ਇਹਦੇ ਵਿੱਚ ਤੁਸੀਂ ਬੇਟਾ ਇੱਕ ਤਾਂ ਜਿੰਨੇ ਵੀ ਤੁਹਾਨੂੰ 1 ਮਾਰਕਸ ਦੇ ਕੁਐਸਚਨ ਨਾਲ ਦੱਸੇ ਉਹ ਕਰਨੇ ਆ। ਡਬਲ ਸਰਕੂਲੇਸ਼ਨ ਜਿਹੜਾ ਇੰਪੋਰਟੈਂਟ ਆ ਕੁਐਸਚਨ, 2-3 ਮਾਰਕਸ ਦਾ ਪੱਕਾ ਹੋਊਗਾ। ਇਹਦੇ ਨਾਲ ਤੁਸੀਂ ਆਹ ਟੇਬਲ ਆਹ ਕਰ ਸਕਦੇ ਹੋ ਇਹਦਾ, ਜਾਂ ਫਿਰ ਆਹ ਕਰ ਸਕਦੇ ਹੋ, ਤੁਹਾਡੀ ਮਰਜ਼ੀ ਆ। ਆਹ ਵੀ ਸਟਰਕਚਰ ਬਣਾ ਸਕਦੇ ਹੋ ਬੇਟਾ ਤੁਸੀਂ। ਅਤੇ ਹਾਰਟ ਦਾ ਇੱਕ ਸਟਰਕਚਰ ਆ ਤਾਂ ਬੇਟਾ ਤੁਹਾਨੂੰ ਸਾਰਿਆਂ ਨੂੰ ਬਣਾਉਣਾ ਪੈਣਾ ਹੈ। ਓਕੇ ਬੇਟਾ, ਬਾਕੀ ਜਿੰਨੇ ਵੀ ਛੋਟੇ ਛੋਟੇ 1 ਮਾਰਕਸ ਦੇ ਕੁਐਸਚਨ ਦੱਸੇ ਉਹ ਕੋਈ ਵੀ ਆ ਸਕਦਾ। ਓਕੇ, ਸੋ ਥੈਂਕ ਯੂ ਬੇਟਾ।